और ये ਜਿਹੜੇ बैक्टीरिया साडी बॉडी दे विच हैगे आ ਉਹ ਉਸ ਤੋਂ 10 गुणा ज्यादा आ 60 ट्रिलियन। और ਜਿਹੜੇ ਵਾਇਰਸਸ ਹੈਗੇ ਆ ਉਹ ਉਦੋਂ ਵੀ 6 गुणा ज्यादा हैगे आ 360 ट्रिलियन। मतलब ਇਹ ਅਸੀਂ ਕਹਿੰਦੇ ਆ ਕਿ ਨਵਾਂ ਵਾਇਰਸ ਆ ਗਿਆ, ਨਵਾਂ बैक्टीरिया आ गया ਜਾਂ ਇਹ ਆ ਗਿਆ। ਇੰਨੇ बैक्टीरिया वायरसेस ਤਾਂ ਆਲਰੇਡੀ ਸਾਡੀ हर एक इंसान की बॉडी ਦੇ ਵਿੱਚ ਹੈਗੇ ਆ। और असी इन्हां तो डरी जाने कि जी ये साडे लई बहुत भयानक है, इस तरह है। असी लोकां दी गौरमेंट ने भी और सारियां ने भी बहुत सानू एक तरह दा स्केयर कीता होया है, फीयर दिता होया दिमाग दे विच। क्योंकि ये जिहड़े बैक्टीरिया है, वायरसेस है, जिस तरह मैं तुहानू पहलां दस चुका हां, 80% तां साडे फ्रेंडली है। नॉट ओनली फ्रेंडली है पर ये साडी बॉडी दे सिस्टम नू चलाउंदे आ। इन्हां दा जिहड़ा जीनोम है वो 99% है और साडी बॉडी दा जीनोम सिर्फ 1% है। पहला ये ख्याल किया जाता सी कि जिहड़ा साडे जीन्स हैगे आ, साडी बॉडी दे जीन्स है वो साडी बॉडी नू चलाउंदे आ। कि जिस तरह दा साडा रंग है, जिस तरह दी साडी हाइट है, जिस तरह दा साडा अखां दा कलर है, जो भी जीन्स असी अपने पेरेंट्स तो लैने आ ओही साडी बॉडी नू चलाउंदे हन। पर जदों ये 2003 ਦੇ ਵਿੱਚ ਹਿਊਮਨ ਜੀਨੋਮ ਦੀ ਰਿਸਰਚ ਹੋਈ ਆ, तो ਸਾਇੰਸਦਾਨਾਂ ਨੇ ਜੀਨੋਮ ਨੂੰ ਖੋਲਿਆ, ਉਹਦੇ ਵਿੱਚੋਂ ਪਤਾ ਲੱਗਾ ਕਿ ਸਾਡੇ ਸਿਰਫ ਆਪਣੀ ਬੋਡੀ ਦੇ ਜੀਨਸ ਤਾਂ ਸਿਰਫ 23,000 ਆ, ਜਿਹੜੇ ਕਿ ਬਹੁਤ ਘੱਟ ਹੈ। ਈਵਨ ਜਿਹੜਾ ਰਾਉਂਡ ਵਾਰਮ ਹੈ, ਰਾਉਂਡ ਵਾਰਮ ਤੁਸੀਂ ਦੇਖਿਆ ਹੈ, ਉਹਦੇ ਜੀਨਸ ਹੈਗੇ ਆ ਕੋਈ 40,000। ਤਾਂ ਉਹਦੀ ਬੋਡੀ ਕਿਸ ਤਰ੍ਹਾਂ ਦੀ ਹੈ? ਉਹਦੀ ਬੋਡੀ ਐਵੇਂ ਸਮਾਲ ਛੋਟੀ ਜਿਹੀ ਹੈ ਔਰ ਉਹਨੂੰ ਉਹ ਜੀਨਸ ਕਿੱਦਾਂ ਕੰਮ ਕਰ ਸਕਦੇ ਆ? ਤੇ ਸਾਡੀ ਬੋਡੀ ਐਡੀ ਵੱਡੀ ਹੈ ਔਰ ਇੰਨੀ ਸੂਝਵਾਨ ਹੈ ਔਰ ਇੰਨੇ ਸਿਸਟਮਸ ਹੈਗੇ ਆ, ਉਹਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਚਲਾ ਸਕਦੀ ਆ? ਸੋ ਉਹਦਾ ਫਿਰ ਸਾਇੰਸਦਾਨਾਂ ਨੇ ਨਿਸ਼ਕਰਸ਼ ਕੱਢਿਆ ਕਿ ਜਿਹੜੇ ਸਾਡੇ ਬੋਡੀ ਦੇ ਵਿੱਚ ਬੈਕਟੀਰੀਆ ਹੈਗੇ ਆ, ਜਿਹੜੇ ਕਿ ਸਾਡੇ ਬੋਡੀ ਦੇ ਵਿੱਚ ਸੈੱਲਾਂ ਨਾਲੋਂ 10 ਗੁਣਾ ਜ਼ਿਆਦਾ ਆ, ਔਰ ਸਾਡੇ जीन्स जेडे हैगे आ ओदे तो 100 गुणा ज्यादा है। 100 गुणा ज्यादा। सिर्फ 1% साडे जीन्स काम करते आ ते 99% जेडे आ वो ए बैक्टीरिया, वायरसेस जां जेडे होर भी माइक्रो ऑर्गेनिज्म साडी बॉडी दे विच हैगे आ उन्हां नूं काम करते है। ਉਹ ਸਾਡੇ ਸਿਸਟਮ ਨੂੰ ਚਲਾਉਂਦੇ ਆ, ਕਿਸ ਤਰ੍ਹਾਂ ਅਸੀਂ ਬਿਹੇਵ ਕਰਨਾ ਆ, ਕਿਸ ਤਰ੍ਹਾਂ ਸਾਡੀ ਬੋਡੀ ਨੇ ਫੈਟ ਅਕਿਊਮੂਲੇਟ ਕਰਨੀ ਹੈ, ਕਿਸ ਤਰ੍ਹਾਂ ਸਾਨੂੰ ਅਸੀਂ ਸੋਚਣਾ ਆ, ਕਿਸ ਤਰ੍ਹਾਂ ਅਸੀਂ ਆਪਣੀ ਲਾਈਫ ਦੇ ਵਿੱਚ ਵਿਚਰਨਾ ਹੈਗਾ, ਸਾਡਾ ਬਿਹੇਵੀਅਰ ਕੀ ਆ, ਸਾਡਾ ਲਾਈਫ ਸਟਾਈਲ ਕੀ ਆ। ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਸਿਸਟਮ ਦਾ ਮਤਲਬ ਗਾਈਡ ਹੈਗਾ ਆ ਉਹ ਸਾਡੇ ਬੈਕਟੀਰੀਆ ਹੈਗੇ ਆ, ਜਿਨ੍ਹਾਂ ਨੂੰ ਅਸੀਂ ਕਦੀ ਇੰਪੋਰਟੈਂਸ ਨਹੀਂ ਦਿੱਤੀ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਗਲਤ ਚੀਜ਼ ਹੈਗੀ ਆ। ਔਰ ਜਦੋਂ ਵੀ ਅਸੀਂ ਕੋਈ ਬਿਮਾਰੀ ਹੁੰਦੀ ਆ ਤਾਂ ਐਂਟੀਬਾਇਓਟਿਕ ਇੱਕਦਮ ਖਾਣਾ ਸ਼ੁਰੂ ਕਰ ਦਿੰਦੇ ਆ, ਜਿਹੜਾ ਕਿ ਬਹੁਤ ਹੀ ਗਲਤ ਹੈਗਾ ਆ। ਐਂਟੀਬਾਇਓਟਿਕਸ ਦੇ ਨਾਲ ਇਹ ਜਿਹੜੇ ਬੈਕਟੀਰੀਆ ਸਾਡੇ ਜਿਹੜੇ ਫਰੈਂਡਲੀ ਆ ਉਹ ਵੀ, ਔਰ ਜਿਹੜੇ ਸਾਡੇ ਪੈਥੋਜੈਨਿਕ ਆ ਉਹ ਵੀ मर जाते हैं। और साडी बॉडी दे विच ये जो बहुत वधिया जिहड़ा सिस्टम परमात्मा ने बनाया होया आ और वो जिहड़ा आ वो खत्म हो जाता। और कई कारणा करके ये जिहड़ा सिस्टम हैगा आ वो फेल हो जाता है। और इहदे विच मैं एक होर चीज़ दसना चाहना आ कि ये बैक्टीरिया किन्ने इंपॉर्टेंट हैगे आ। एक बीमारी हुंदी आ ਜਿਹਦੇ ਵਿੱਚ ਕਿ ਟੱਟੀਆਂ ਲੱਗ ਜਾਂਦੀਆਂ ਆ ਔਰ ਕਲੋਸਟ੍ਰੀਡੀਅਮ ਦੀ ਬਿਮਾਰੀ ਹੈ, ਉਹਦੇ ਨਾਲ ਕੋਲਾਈਟਿਸ ਹੋ ਜਾਂਦੀ ਆ। ਸਾਡੀ ਜਿਹੜੀ ਵੱਡੀ ਆਂਤ ਹੈਗੀ ਆ ਉਹਦੇ ਵਿੱਚ ਸਾਡੀ ਬੋਡੀ ਦੇ ਉੱਤੇ ਜਰਮਸ ਵੀ ਪਰਮਾਤਮਾ ਨੇ ਦਿੱਤੇ ਹੋਏ ਹੈਗੇ ਆ। ਸਾਡੀ ਬੋਡੀ ਦੇ ਉੱਤੇ ਜਾਂ ਸਾਡੇ ਸਰੀਰ ਦੇ ਵਿੱਚ ਜਰਮਸ ਦਾ ਬਹੁਤ ਰੋਲ ਹੈ। ਇਹ ਤਕਰੀਬਨ ਜਰਮ ਜਿਹੜੇ ਹੈਗੇ ਆ ਇਹ ਸਾਡੀ ਬੋਡੀ ਨੂੰ तकरीबन 80% जो साडे बॉडी दे उत्ते जर्म्स हैगे आ वो साडे फ्रेंडली आ, वो सानू कोई नुकसान नहीं करते, सगों सानू फायदा करते आ। सिर्फ 20% ऐसे जर्म्स हैगे आ जेडे कि पैथोजैनिक हैगे आ और साडे बीमारी दा कारण बनदे हैगे आ। और असी जदों कभी भी साबण वगैरह जां कोई भी एंटीसैप्टिक अपने शरीर दे उत्ते लाउने आ ते इहदा मतलब ये आ कि असी वो सारे जर्म्स जेडे हैगे आ 80%
ਜਿਹੜੇ ਸਾਡੇ ਫਰੈਂਡਲੀ ਆ ਔਰ ਜਿਹੜੇ 20% ਸਾਡੇ ਤੋਂ ਬਿਮਾਰੀ ਦੇ ਪ੍ਰੋਡਿਊਸ ਕਰਦੇ ਆ, ਉਹਨਾਂ ਸਾਰਿਆਂ ਨੂੰ ਅਸੀਂ ਖਤਮ ਕਰ ਦਿੰਦੇ ਆ, ਜਿਹਦਾ ਨੁਕਸਾਨ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਹੁੰਦਾ ਹੈਗਾ ਹੈ। ਔਰ ਇਸੇ ਲਈ ਮੈਂ ਹਮੇਸ਼ਾ ਕਹਿੰਦਾ ਆ ਕਿ ਜਿਹੜਾ ਸਾਬਣ ਤੁਸੀਂ ਆਪਣੀ ਬੋਡੀ ਦੇ ਉੱਤੇ ਲਗਾਉਂਦੇ ਆ, ਇਹ ਵੀ ਬਿਲਕੁਲ ਠੀਕ ਨਹੀਂ ਹੈ। ਇਹਦੇ ਨਾਲ ਸਾਡੀ ਬੋਡੀ ਦੀ ਜਿਹੜੀ ਫਲੋਰਾ ਹੈਗੀ ਆ, ਜਿਹੜੀ ਸਾਡੇ ਬੋਡੀ ਦੇ ਉੱਤੇ ਜਰਮਸ ਹੈਗੇ ਆ, ਉਹ ਸਾਰੇ ਖਤਮ ਹੋ ਜਾਂਦੇ ਆ ਔਰ ਸਾਡੀ ਬੋਡੀ ਦੀ ਇੱਕ ਤਰ੍ਹਾਂ ਦੀ ਖਾਸ ਪ੍ਰੋਟੈਕਸ਼ਨ ਜਿਹੜੀ ਕਿ ਬਹੁਤ ਜ਼ਰੂਰੀ ਹੈਗੀ ਆ, ਉਹ ਨਹੀਂ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਜਿਹੜੀ ਖਾਂਸੀ ਕਰਦੇ ਆ ਅਸੀਂ, ਜਾਂ ਕਦੀ ਛਿੱਕਾਂ ਆ ਜਾਂਦੀਆਂ ਆ, ਇਹ ਵੀ ਇੱਕ ਕਿਸਮ ਦਾ ਸਾਡੇ ਜਨਰਲ ਇਮਿਊਨਿਟੀ ਦਾ ਹਿੱਸਾ ਹੈ, ਕਿਉਂਕਿ ਖਾਂਸੀ ਜਦ ਉਦੋਂ ਹੀ ਆਏਗੀ ਜਦੋਂ ਸਾਡੇ ਖਾਂਸੀ ਵਾਲੀ ਨਾਲੀ ਦੇ ਵਿੱਚ ਜਾਂ ਰੈਸਪੀਰੇਟਰੀ ਦੇ ਵਿੱਚ ਕੋਈ ਨਾ ਕੋਈ ਮਤਲਬ ਕੋਈ ਪ੍ਰੋਬਲਮ ਆ ਗਈ ਹੁੰਦੀ ਹੈ। तो इसलिए सानू जरूरी हैगा कि असी अपने सेहत का इस तरह ख्याल रखिए कि कोई खांसी अगर बलगम कढ़न वाली है तो उन्होंने असी बिल्कुल नज़रअंदाज कर दईए ते बाद दे विच हाँ सो इस तरह असी खांसी और जो स्नीजिंग ज्यादा अगर आ जाए फिर तो उसकी दवाई करनी है। अगर प्रोडक्टिव कफ हैगी आ, अगर उहदे विच तुहानू बलगम निकलती आ तो कोशिश करनी चाहिए कि असी कोई एक्सपैक्टोरेंट ले लीए जिहदे नाल कि असी बलगम नू कड्ढण दे विच अपने बॉडी का साथ दईए। ये उस बलगम दे नाल ही साडे जिहड़े बैक्टीरिया इंट्रैप होए होए आ वो निकल सकते हैगे आ। दूजा सिस्टम है इंटरफेरॉन का मतलब है इंटरफीयर करना। ये सिस्टम जिहड़ा साडे वायरसेस हैगे आ, जिस तरह के फ्लू का वायरस है, कोरोना वायरस है, इन्हां दी जिहड़ी रेप्लीकेशन है या डिवीजन है उहनूं रोकण दे विच ये सिस्टम बहुत कारगर है और ये साडे शरीर दे विच काम करता है। तीजी इम्यूनिटी है अडैप्टिव इम्यूनिटी। ये बड़ी स्पैसिफिक इम्यूनिटी साडी बॉडी दे विच है और ये एंटीबॉडीज बना के साडे बॉडी नूं रखिया करदी है। कोई भी जर्म जिहड़ा साडे बॉडी दे विच एंटर करदा है उहदे अगेंस्ट उस दे मुताबिक ही एंटीबॉडीज बन जांदियां हन और एंटीबॉडीज अगर दोबारा वो जर्म साडी बॉडी दे विच एंटर करता है तो उहनूं मार दिंदियां हन, पकड़ लैंदियां हन और उहनूं साडा शरीर जिहड़ा साडे शरीर दे जिहड़े सैल हैगे आ उहनूं डिस्ट्रॉय कर दिंदे आ। इसी लई जिहड़ियां एंटीबॉडीज हैगियां आ वो तकरीबन 7 तो 10 दिन दे बाद साडे शरीर दे विच बनदियां। जदों बीमारी शुरू हुंदी आ उस तो 7 और 10 दिन दे बाद दे विच ये जिहड़ियां एंटीबॉडीज हैगियां वो बननियां शुरू होंदियां और बनदियां। ये जिस तरह तुसी कई बारी अपनी रिपोर्ट दे विच भी देखिया होएगा कि IgA है, IgG है, IgM है, D है और E है। ये 5 तरह दीयां जिहड़ियां एंटीबॉडीज हैगियां ये डिफरेंट स्टेजिस दे उत्ते साडी बॉडी दे विच बनदियां आ और साडे जिहड़े जर्म्स हैगे आ जां टॉक्सिन्स हैगे आ जां साडे वायरसेस हैगे आ जां होर भी माइक्रो ऑर्गेनिजम्स हैगे आ उन्हां दे अगेंस्ट स्पैसिफिक जिस तरह टाइफाइड है ਉਹਦੇ ਲਈ ਸਪੈਸੀਫਿਕ ਸਾਡੀ ਬੋਡੀ ਦੇ ਵਿੱਚ ਐਂਟੀਬੋਡੀਜ਼ ਬਣ ਜਾਂਦੀਆਂ ਔਰ ਜਦੋਂ ਦੁਬਾਰਾ ਕਿਤੇ ਉਸ ਟਾਈਫਾਈਡ ਦਾ ਹਮਲਾ ਸਾਡੇ ਸਰੀਰ ਦੇ ਉੱਤੇ ਹੁੰਦਾ ਆ ਤਾਂ ਉਹ ਸਪੈਸੀਫਿਕ ਐਂਟੀਬੋਡੀਜ਼ ਸਾਡੇ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੈਗੀਆਂ ਆ ਔਰ ਜਦੋਂ ਉਹ ਦੁਬਾਰਾ ਸਾਡੇ ਸਰੀਰ ਦੇ ਵਿੱਚ ਐਂਟਰ ਕਰਦਾ ਉਹਦਾ ਜਰਮ ਤੇ ਉਹ ਨੈਚੁਰਲੀ ਉਸ ਨੂੰ ਉਹ ਐਂਟੀਬੋਡੀਜ਼ ਖਤਮ ਕਰ ਦਿੰਦੀਆਂ ਔਰ ਦੁਬਾਰਾ ਸਾਡੇ ਸਰੀਰ ਦੇ ਵਿੱਚ ਉਹਦੀ ਬਿਮਾਰੀ ਪੈਦਾ ਨਹੀਂ ਹੁੰਦੀ। इस तरह की जी अडैप्टिव इम्यूनिटी हैगी ये स्पैसिफिक है। स्पैसिफिक बीमारियां हर बीमारी हर तरह के वायरसेस हर तरह के बैक्टीरिया के अगेंस्ट साडी बॉडी जिन्नियां असी बीमारियां नूं झल्लिया आ वो हर बीमारी दा जिहड़ी एंटीबॉडीज है वो साडे शरीर दे विच एक बारी बन गई आ और साडी बॉडी दे विच मैमरी हो गई आ कि जदों वो दोबारा ਉਹਦੇ ਨਾਲ ਸਾਡਾ ਇਨਕਾਊਂਟਰ ਹੋਏਗਾ और ਅਸੀਂ ਉਹਦੇ ਲਈ
ਕਾਫੀ ਤਿਆਰ ਹੋਵਾਂਗੇ ਔਰ ਉਹਨੂੰ ਅਸੀਂ ਰਜਿਸਟ ਕਰ ਸਕਾਂਗੇ ਔਰ ਉਸ ਬਿਮਾਰੀ ਸਾਡੇ ਸਰੀਰ ਦੇ ਵਿੱਚ ਨਹੀਂ ਹੋਏਗੀ। ਇਸ ਤੋਂ ਇਲਾਵਾ ਚੌਥੀ ਚੀਜ਼ ਹੈ ਮਾਈਕਰੋਬਾਇਓਮ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਸਾਡੇ ਬਾਡੀ ਦੇ ਵਿੱਚ ਜਿਹੜੇ ਬੈਕਟੀਰੀਆ ਹੈਗੇ ਆ, ਜਰਮਸ ਹੈਗੇ ਆ, ਤਕਰੀਬਨ ਇਹਨਾਂ ਦੀ ਮਾਤਰਾ ਜਿਹੜੀ ਹੈ 60 ਟ੍ਰਿਲੀਅਨ ਮਾਤਰਾ ਹੈ ਜਿਹੜੀ ਕਿ ਸਾਡੇ ਬਾਡੀ ਦੇ ਵਿੱਚ ਹੈ। ਔਰ ਇਹ ਮਾਤਰਾ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਬਾਡੀ ਦੇ ਸੈੱਲ, ਕੱਲਾ ਸੈੱਲ ਜਿਹੜਾ ਹੈ ਉਹਦੀ ਗਿਣਤੀ 6 ਟ੍ਰਿਲੀਅਨ ਹੈ। ਔਰ ਇਹ ਜਿਹੜੇ ਬੈਕਟੀਰੀਆ ਸਾਡੀ ਬਾਡੀ ਦੇ ਵਿੱਚ ਹੈਗੇ ਆ ਉਹ ਉਸ ਤੋਂ 10 ਗੁਣਾ ਜ਼ਿਆਦਾ ਆ, 60 ਟ੍ਰਿਲੀਅਨ। ਔਰ ਜਿਹੜੇ ਵਾਇਰਸਿਸ ਹੈਗੇ ਆ ਉਹ ਉਦੋਂ ਵੀ 6 ਗੁਣਾ ਜ਼ਿਆਦਾ ਹੈਗੇ ਆ, 360 ਟ੍ਰਿਲੀਅਨ। ਮਤਲਬ ਇਹ ਅਸੀਂ ਕਹਿੰਦੇ ਆ ਕਿ ਨਵਾਂ ਵਾਇਰਸ ਆ ਗਿਆ, ਨਵਾਂ ਬੈਕਟੀਰੀਆ ਆ ਗਿਆ ਜਾਂ ਇਹ ਆ ਗਿਆ। ਇੰਨੇ ਬੈਕਟੀਰੀਆ ਵਾਇਰਸਿਸ ਤਾਂ ਆਲਰੇਡੀ ਸਾਡੀ ਹਰ ਇੱਕ ਇਨਸਾਨ ਦੀ ਬਾਡੀ ਦੇ ਵਿੱਚ ਹੈਗੇ ਆ ਔਰ ਅਸੀਂ ਇਹਨਾਂ ਤੋਂ ਡਰੀ ਜਾਂਦੇ ਆ ਕਿ ਜੀ ਇਹ ਸਾਡੇ ਲਈ ਬਹੁਤ ਭਿਆਨਕ ਹੈ, ਇਸ ਤਰ੍ਹਾਂ ਹੈ। ਅਸੀਂ ਲੋਕਾਂ ਦੀ, ਗੌਰਮੈਂਟ ਨੇ ਵੀ ਔਰ ਸਾਰਿਆਂ ਨੇ ਵੀ ਬਹੁਤ ਸਾਨੂੰ ਇੱਕ ਤਰ੍ਹਾਂ ਦਾ ਸਕੇਅਰ ਕੀਤਾ ਹੋਇਆ ਆ, ਫੀਅਰ ਦਿੱਤਾ ਹੋਇਆ ਦਿਮਾਗ ਦੇ ਵਿੱਚ, ਕਿਉਂਕਿ ਇਹ ਜਿਹੜੇ ਬੈਕਟੀਰੀਆ ਹੈ, ਵਾਇਰਸਿਸ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ, 80% ਤਾਂ ਸਾਡੇ ਫਰੈਂਡਲੀ ਹੈ। ਨਾਟ ਓਨਲੀ ਫਰੈਂਡਲੀ ਹੈ ਪਰ ਇਹ ਸਾਡੀ ਬਾਡੀ ਦੇ ਸਿਸਟਮ ਨੂੰ ਚਲਾਉਂਦੇ ਆ। ਇਹਨਾਂ ਦਾ ਜਿਹੜਾ ਜੀਨੋਮ ਹੈ ਉਹ 99% ਹੈ ਔਰ ਸਾਡੀ ਬਾਡੀ ਦਾ ਜੀਨੋਮ ਸਿਰਫ 1% ਹੈ। ਪਹਿਲਾਂ ਇਹ ਖਿਆਲ ਕੀਤਾ ਜਾਂਦਾ ਸੀ ਕਿ ਜਿਹੜਾ ਸਾਡੇ ਜੀਨਸ ਹੈਗੇ ਆ, ਸਾਡੀ ਬਾਡੀ ਦੇ ਜੀਨਸ ਹੈ, ਉਹ ਸਾਡੀ ਬਾਡੀ ਨੂੰ ਚਲਾਉਂਦੇ ਆ। ਕਿ ਜਿਸ ਤਰ੍ਹਾਂ ਦਾ ਸਾਡਾ ਰੰਗ ਹੈ, ਜਿਸ ਤਰ੍ਹਾਂ ਦੀ ਸਾਡੀ ਹਾਈਟ ਹੈ, ਜਿਸ ਤਰ੍ਹਾਂ ਦਾ ਸਾਡਾ ਅੱਖਾਂ ਦਾ ਕਲਰ ਹੈ, ਜੋ ਵੀ ਜੀਨਸ ਅਸੀਂ ਆਪਣੇ ਪੇਰੈਂਟਸ ਤੋਂ ਲੈਂਦੇ ਆ ਉਹੀ ਸਾਡੀ ਬਾਡੀ ਨੂੰ ਚਲਾਉਂਦੇ ਹਨ। ਪਰ ਜਦੋਂ ਇਹ 2003 ਦੇ ਵਿੱਚ ਹਿਊਮਨ ਜੀਨੋਮ ਦੀ ਰਿਸਰਚ ਹੋਈ ਆ, ਸਾਇੰਸਦਾਨਾਂ ਨੇ ਜੀਨੋਮ ਨੂੰ ਖੋਲਿਆ, ਉਹਦੇ ਵਿੱਚੋਂ ਪਤਾ ਲੱਗਾ ਕਿ ਸਾਡੇ ਸਿਰਫ ਆਪਣੀ ਬਾਡੀ ਦੇ ਜੀਨਸ ਤਾਂ ਸਿਰਫ 23,000 ਆ, ਜਿਹੜੇ ਕਿ ਬਹੁਤ ਘੱਟ ਹੈ। ਈਵਨ ਜਿਹੜਾ ਰਾਉਂਡ ਵਾਰਮ ਹੈ, ਰਾਉਂਡ ਵਾਰਮ ਤੁਸੀਂ ਦੇਖਿਆ ਹੈ, ਉਹਦੇ ਜੀਨਸ ਹੈਗੇ ਆ ਕੋਈ 40,000। ਤਾਂ ਉਹਦੀ ਬਾਡੀ ਕਿਸ ਤਰ੍ਹਾਂ ਦੀ ਹੈ? ਉਹਦੀ ਬਾਡੀ ਐਵੇਂ ਸਮਾਲ, ਛੋਟੀ ਜਿਹੀ ਹੈ ਔਰ ਉਹਨੂੰ ਉਹ ਜੀਨਸ ਕਿੱਦਾਂ ਕੰਮ ਕਰ ਸਕਦੇ ਆ? ਤੇ ਸਾਡੀ ਬਾਡੀ ਐਡੀ ਵੱਡੀ ਹੈ ਔਰ ਇੰਨੀ ਸੂਝਵਾਨ ਹੈ ਔਰ ਇੰਨੇ ਸਿਸਟਮਸ ਹੈਗੇ ਆ, ਉਹਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਚਲਾ ਸਕਦੀ ਆ? ਸੋ ਉਹਦਾ ਫਿਰ ਸਾਇੰਸਦਾਨਾਂ ਨੇ ਨਿਸ਼ਕਰਸ਼ ਕੱਢਿਆ ਕਿ ਜਿਹੜੇ ਸਾਡੇ ਬਾਡੀ ਦੇ ਵਿੱਚ ਬੈਕਟੀਰੀਆ ਹੈਗੇ ਆ, ਜਿਹੜੇ ਕਿ ਸਾਡੇ ਬਾਡੀ ਦੇ ਵਿੱਚ ਸੈੱਲਾਂ ਨਾਲੋਂ 10 ਗੁਣਾ ਜ਼ਿਆਦਾ ਆ ਔਰ ਸਾਡੇ ਜੀਨਸ ਜਿਹੜੇ ਹੈਗੇ ਆ ਉਹ ਉਹਦੇ ਤੋਂ 100 ਗੁਣਾ ਜ਼ਿਆਦਾ ਆ, 100 ਗੁਣਾ ਜ਼ਿਆਦਾ। ਸਿਰਫ 1% ਸਾਡੇ ਜੀਨਸ ਕੰਮ ਕਰਦੇ ਆ ਤੇ 99% ਜਿਹੜੇ ਆ ਉਹ ਇਹ ਬੈਕਟੀਰੀਆ, ਵਾਇਰਸਿਸ ਜਾਂ ਜਿਹੜੇ ਹੋਰ ਵੀ ਮਾਈਕਰੋ ਆਰਗੈਨਿਜ਼ਮ ਸਾਡੀ ਬਾਡੀ ਦੇ ਵਿੱਚ ਹੈਗੇ ਆ, ਉਹਨਾਂ ਨੂੰ ਕੰਮ ਕਰਦੇ ਹੈ, ਉਹ ਸਾਡੇ ਸਿਸਟਮ ਨੂੰ ਚਲਾਉਂਦੇ ਆ। ਕਿਸ ਤਰ੍ਹਾਂ ਅਸੀਂ ਬਿਹੇਵ ਕਰਨਾ ਆ, ਕਿਸ ਤਰ੍ਹਾਂ ਸਾਡੀ ਬਾਡੀ ਨੇ ਫੈਟ ਅਕਿਊਮੂਲੇਟ ਕਰਨੀ ਹੈ, ਕਿਸ ਤਰ੍ਹਾਂ ਸਾਨੂੰ ਅਸੀਂ ਸੋਚਣਾ ਆ, ਕਿਸ ਤਰ੍ਹਾਂ ਅਸੀਂ ਆਪਣੀ ਲਾਈਫ ਦੇ ਵਿੱਚ ਵਿਚਰਨਾ ਹੈਗਾ, ਸਾਡਾ ਬਿਹੇਵੀਅਰ ਕੀ ਆ, ਸਾਡਾ ਲਾਈਫ ਸਟਾਈਲ ਕੀ ਆ, ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਸਿਸਟਮ ਦਾ ਮਤਲਬ ਗਾਈਡ ਹੈਗਾ ਆ, ਉਹ ਸਾਡੇ ਬੈਕਟੀਰੀਆ ਹੈਗੇ ਆ, ਜਿਨ੍ਹਾਂ ਨੂੰ ਅਸੀਂ ਕਦੀ ਇੰਪੋਰਟੈਂਸ ਨਹੀਂ ਦਿੱਤੀ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਗਲਤ ਚੀਜ਼ ਹੈਗੀ ਆ। ਔਰ ਜਦੋਂ ਵੀ ਅਸੀਂ ਕੋਈ ਬਿਮਾਰੀ ਹੁੰਦੀ ਆ ਤਾਂ ਐਂਟੀਬਾਇਓਟਿਕ ਇੱਕਦਮ ਖਾਣਾ ਸ਼ੁਰੂ ਕਰ ਦਿੰਦੇ ਆ, ਜਿਹੜਾ ਕਿ ਬਹੁਤ ਹੀ ਗਲਤ ਹੈਗਾ ਆ। ਐਂਟੀਬਾਇਓਟਿਕਸ ਦੇ ਨਾਲ ਇਹ ਜਿਹੜੇ ਬੈਕਟੀਰੀਆ ਸਾਡੇ ਜਿਹੜੇ ਫਰੈਂਡਲੀ ਆ ਉਹ ਵੀ, ਔਰ ਜਿਹੜੇ ਸਾਡੇ ਪੈਥੋਜੈਨਿਕ ਆ ਉਹ ਵੀ ਮਰ ਜਾਂਦੇ ਆ। ਔਰ ਸਾਡੀ ਬਾਡੀ ਦੇ ਵਿੱਚ ਇਹ ਜੋ ਬਹੁਤ ਵਧੀਆ ਜਿਹੜਾ ਸਿਸਟਮ ਪਰਮਾਤਮਾ ਨੇ ਬਣਾਇਆ ਹੋਇਆ ਆ ਔਰ ਉਹ ਜਿਹੜਾ ਆ ਉਹ ਖਤਮ ਹੋ ਜਾਂਦਾ। ਔਰ ਕਈ ਕਾਰਨਾਂ ਕਰਕੇ ਇਹ ਜਿਹੜਾ ਸਿਸਟਮ ਹੈਗਾ ਆ ਉਹ ਫੇਲ ਹੋ ਜਾਂਦਾ ਹੈਗਾ। ਔਰ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਨਾ ਆ ਕਿ ਇਹ ਬੈਕਟੀਰੀਆ ਕਿੰਨੇ ਇੰਪੋਰਟੈਂਟ ਹੈਗੇ ਆ। ਇੱਕ ਬਿਮਾਰੀ ਹੁੰਦੀ ਆ ਜਿਹਦੇ ਵਿੱਚ ਕਿ ਟੱਟੀਆਂ ਲੱਗ ਜਾਂਦੀਆਂ ਆ ਔਰ ਕਲੋਸਟ੍ਰੀਡੀਅਮ ਦੀ ਬਿਮਾਰੀ ਹੈ, ਉਹਦੇ ਨਾਲ ਕੋਲਾਈਟਿਸ ਹੋ ਜਾਂਦੀ ਆ। ਸਾਡੀ ਜਿਹੜੀ ਵੱਡੀ ਆਂਤ ਹੈਗੀ ਆ ਉਹਦੇ ਵਿੱਚ ਸੋਜ ਆ ਜਾਂਦੀ ਆ ਔਰ ਉਹ ਟੱਟੀਆਂ ਕਦੀ ਵੀ ਕਿਸੇ ਵੀ ਬਿਮਾਰੀ ਦੇ ਮਤਲਬ ਕਿਸੇ ਵੀ ਐਂਟੀਬਾਇਓਟਿਕ ਦੇ ਨਾਲ ਠੀਕ ਨਹੀਂ ਹੁੰਦੀਆਂ। ਪਰ
ਉਹ ਐਂਟੀਬਾਇਓਟਿਕ ਜਿਹੜਾ ਹੈ ਲੋਕਾਂ ਨੂੰ ਬਹੁਤ ਟਰਾਈ ਕੀਤੇ ਸਾਇੰਸਦਾਨਾਂ ਨੇ, ਔਰ ਉਹਦਾ ਹੱਲ ਨਹੀਂ ਲੱਭ ਸਕੇ। ਪਰ